ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। BA ਸਮੈਸਟਰ 3 ਪੋਲੀਟੀਕਲ ਸਾਇੰਸ ਦੀ ਵੀਡੀਓ ਸੀਰੀਜ਼ ਆਪਾਂ ਸਟਾਰਟ ਕੀਤੀ ਹੋਈ ਹੈ, ਜਿਸ ਦੇ ਵਿੱਚ ਆਪਾਂ ਟੌਪਿਕਸ ਕਰ ਚੁੱਕੇ ਹਾਂ 7-8। ਸਿਰਫ 2 ਟੌਪਿਕਸ ਰਹਿ ਗਏ ਨੇ, ਉਹ ਵੀ ਮੈਂ ਜਲਦੀ ਹੀ ਕੰਪਲੀਟ ਕਰਵਾ ਦਾਂਗੀ। ਸ਼ਾਰਟ ਕੁਐਸਚਨ ਆਪਾਂ ਅੱਜ ਤੋਂ ਸਟਾਰਟ ਕਰ ਰਹੇ ਹਾਂ। ਤਾਂ ਵੀਡੀਓ ਲਿਸਟ ਜਿਹੜੀ ਹੈਗੀ ਹੈ, ਕਾਫੀ ਸਾਰੇ ਬੱਚੇ ਕਹਿੰਦੇ ਕਿ ਮੈਡਮ ਪਬਲਿਕ ਐਡਮਿਨਿਸਟ੍ਰੇਸ਼ਨ ਵੀ ਤੁਸੀਂ ਕਿਤੇ ਕਿਤੇ ਵੀਡੀਓ 'ਚ ਬੋਲ ਰਹੇ ਹੋ, ਬਿਕੋਜ਼ ਪਬਲਿਕ ਐਡਮਿਨਿਸਟ੍ਰੇਸ਼ਨ ਔਰ ਪੋਲੀਟੀਕਲ ਸਾਇੰਸ ਦੇ ਵੀਡੀਓ ਨੇ ਜਿਹੜੇ ਉਹ ਸੇਮ ਨੇ, ਟੌਪਿਕਸ ਬਿਲਕੁਲ ਸੇਮ ਨੇ। ਸੋ ਇਸ ਕਰਕੇ ਜਿਹੜਾ ਹੈ ਕਈ ਵਾਰ ਹੋ ਸਕਦਾ ਕਿ ਵੀਡੀਓ ਦੇ ਵਿੱਚ ਮੈਂ ਪਬਲਿਕ ਐਡਮਿਨਿਸਟ੍ਰੇਸ਼ਨ ਯੂਜ਼ ਕੀਤਾ ਹੋਵੇ, ਲੇਕਿਨ ਕਿਉਂਕਿ ਤੁਹਾਡਾ ਵੀ ਟੌਪਿਕ ਹੈ, ਸੋ ਇੱਕ ਹੀ ਪਲੇਲਿਸਟ ਜਿਹੜੀ ਹੈ ਮੈਂ ਬਣਾ ਦਿੱਤੀ ਹੈ, ਠੀਕ ਹੈ। ਸੋ ਟੈਨਸ਼ਨ ਨਹੀਂ ਲੈਣੀ, ਇਹੀ ਵੀਡੀਓਜ਼ ਤੁਹਾਡੇ ਲਈ ਵੀ ਹੈਗੀਆਂ ਨੇ। ਸੋ ਫਸਟ ਜਿਹੜਾ ਆਪਣਾ ਚੈਪਟਰ ਹੈ ਸੰਵਿਧਾਨ ਸਭਾ ਅਤੇ ਸੰਵਿਧਾਨ ਦਾ ਨਿਰਮਾਣ। ਫਸਟ ਆਫ ਆਲ ਤਾਂ ਕੈਬਨਿਟ ਮਿਸ਼ਨ ਯੋਜਨਾ ਅਧੀਨ ਸਥਾਪਿਤ ਸੰਵਿਧਾਨ ਸਭਾ ਦੇ 4 ਦੋਸ਼ ਕੀ ਸੀ? ਇੱਕ ਤਾਂ ਜਿਹੜਾ ਹੈ ਇਹਨਾਂ ਨੇ ਪ੍ਰਭੂ ਸੱਤਾ ਸੰਪੰਨ ਜਿਹੜੀ ਸੀ ਇਹ ਸਭਾ ਨਹੀਂ ਸੀ, ਇਸ ਦੀਆਂ ਸ਼ਕਤੀਆਂ ਤੇ ਰੋਕ ਬਹੁਤ ਜ਼ਿਆਦਾ ਸੀਗੀ। ਦੇਸੀ ਰਿਆਸਤਾਂ ਨੂੰ ਸੰਵਿਧਾਨ ਸਭਾ ਦੇ ਵਿੱਚ ਪ੍ਰਤੀਨਿਧਤਾ ਤਾਂ ਦਿੱਤੀ ਗਈ, ਪਰ ਉਹ ਸੰਵਿਧਾਨ ਨੂੰ ਮੰਨਣ ਲਈ ਪਾਬੰਦ ਨਹੀਂ ਸੀਗੇ। ਸੰਵਿਧਾਨ ਸਭਾ ਲੋਕਤੰਤਰੀ ਨਹੀਂ ਸੀ, ਕਿਉਂਕਿ ਲੋਕਾਂ ਦੇ ਵਿੱਚੋਂ ਤਾਂ ਮੈਂਬਰ ਚੁਣੇ ਨਹੀਂ ਗਏ। ਸਿਰਫ ਇਹਨਾਂ ਨੇ ਕੀ ਕੀਤਾ ਸੀ, ਆਪਣੀ ਹੀ ਸਭਾ ਦਾ ਗਠਨ ਕਰ ਲਿਆ ਸੀਗਾ। ਲੋਕਾਂ ਦੀ ਰਾਏ ਜਿਹੜੀ ਸੀਗੀ ਪਾਸ ਹੋਣ ਤੋਂ ਬਾਅਦ 'ਚ, ਮਤਲਬ ਕਿ ਲੋਕਾਂ ਦੀ ਰਾਏ ਨਹੀਂ ਲਈ ਗਈ, ਪਾਸ ਸਿੱਧਾ ਹੀ ਇਹਨਾਂ ਨੇ ਡਾਇਰੈਕਟ ਕਰ ਦਿੱਤਾ। ਪ੍ਰਾਂਤਾਂ ਦਾ ਵਰਗੀਕਰਨ ਉਚਿਤ ਨਹੀਂ ਸੀ। ਇਹ ਸਾਰਾ ਕੁਝ ਮੁਸਲਿਮ ਲੀਗ ਨੂੰ ਖੁਸ਼ ਕਰਨ ਲਈ ਕੀਤਾ ਗਿਆ। ਸੰਵਿਧਾਨ ਸਭਾ ਦੇ ਕੁੱਲ ਮੈਂਬਰ ਕਿੰਨੇ ਸਨ? ਇੰਪੋਰਟੈਂਟ ਕੁਐਸਚਨ ਹੈ, ਬਹੁਤ ਹੀ ਜ਼ਿਆਦਾ, ਕਿ ਸੰਵਿਧਾਨ ਕੌਂਸਟੀਟਿਊਂਟ ਅਸੈਂਬਲੀ ਦੇ ਮੈਂਬਰ ਟੋਟਲ ਕਿੰਨੇ ਸੀ? ਤਾਂ 389 ਟੋਟਲ ਸੀ। ਦੇਸੀ ਰਿਆਸਤਾਂ ਦੇ 93 ਮੈਂਬਰ ਸੀ, ਅਤੇ ਪ੍ਰਾਂਤਾਂ ਦੇ ਅਗਰ ਆਪਾਂ ਗੱਲ ਕਰੀਏ ਤਾਂ ਬਰਤਾਨਵੀ ਪ੍ਰਾਂਤਾਂ ਦੁਆਰਾ ਭੇਜੇ ਗਏ 292 ਮੈਂਬਰ ਸੀ। 4 ਮੈਂਬਰ ਚੀਫ ਕਮਿਸ਼ਨਰ ਪ੍ਰਾਂਤਾਂ ਦੇ ਦੁਆਰਾ ਚੁਣੇ ਗਏ ਸੀ। 1946 ਦੇ ਵਿੱਚ ਬਣਾਈ ਗਈ ਸੰਵਿਧਾਨ ਸਭਾ ਦੀਆਂ 2 ਵਿਸ਼ੇਸ਼ਤਾਵਾਂ। ਇਸ ਦੇ ਜਿਹੜੀ 1946 ਦੇ ਵਿੱਚ ਬਣਾਈ ਗਈ ਸੰਵਿਧਾਨ ਸਭਾ ਸੀ, ਇਸ ਦੇ ਸਾਰੇ ਮੈਂਬਰ ਭਾਰਤੀ ਸੀ ਅਤੇ ਉਹਨਾਂ ਦੀ ਚੋਣ ਕੀਤੀ ਗਈ ਸੀ। ਸੰਵਿਧਾਨ ਸਭਾ 'ਤੇ ਅੰਗਰੇਜ਼ਾਂ ਦਾ ਕੋਈ ਦਬਾਅ ਨਹੀਂ ਸੀ, ਅਤੇ ਸੰਵਿਧਾਨ ਸਭਾ ਆਪ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਬਣਾਉਣ ਲਈ ਸੁਤੰਤਰ ਸੀ। ਸੰਵਿਧਾਨ ਸਭਾ ਦੀ ਖਰੜਾ ਕਮੇਟੀ, ਡਰਾਫਟ ਕਮੇਟੀ ਦੇ ਉੱਤੇ ਨੋਟ ਲਿਖੋ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਖਰੜਾ ਕਮੇਟੀ ਦਾ ਚੇਅਰਮੈਨ ਕੌਣ ਸੀ? ਸੰਵਿਧਾਨ ਸਭਾ ਨੇ ਵੱਖ-ਵੱਖ ਕਮੇਟੀਆਂ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਭਾਰਤੀ ਸੰਵਿਧਾਨ ਦਾ ਮਸੌਦਾ ਯਾਨੀ ਕਿ ਡਰਾਫਟ ਡਿਜ਼ਾਈਨ ਤਿਆਰ ਕੀਤਾ, ਖਾਕਾ ਤਿਆਰ ਕੀਤਾ। 29 ਅਗਸਤ 1947 ਨੂੰ BR ਅੰਬੇਦਕਰ, ਜਿਹੜੇ ਡਾਕਟਰ BR ਅੰਬੇਦਕਰ ਸੀ, ਇਹਨਾਂ ਦੀ ਪ੍ਰਧਾਨਗੀ ਦੇ ਵਿੱਚ 7 ਮੈਂਬਰਾਂ ਦੀ ਇੱਕ ਖਰੜਾ ਕਮੇਟੀ ਤਿਆਰ ਕੀਤੀ ਗਈ। 7 ਮੈਂਬਰ ਸੀ ਖਰੜਾ ਕਮੇਟੀ, ਡਰਾਫਟ ਕਮੇਟੀ ਦੇ ਵਿੱਚ। ਅਤੇ ਖਰੜਾ ਕਮੇਟੀ ਨੇ ਸੰਵਿਧਾਨ ਦਾ ਖਰੜਾ ਤਿਆਰ ਕਰਕੇ 21 ਫਰਵਰੀ 1948 ਨੂੰ ਸੰਵਿਧਾਨ ਸਭਾ ਦੇ ਅੱਗੇ ਪੇਸ਼ ਕਰਤਾ। ਸੰਵਿਧਾਨ ਸਭਾ ਦੇ ਮੈਂਬਰ ਜਿਹੜੇ ਸੀ ਪ੍ਰਾਂਤਕ ਵਿਧਾਨ ਮੰਡਲਾਂ ਅਤੇ ਜਨਤਾ ਨੂੰ ਖਰੜੇ 'ਤੇ ਵਿਚਾਰ ਵਟਾਂਦਰਾ ਕਰਨ ਲਈ ਲਗਭਗ 8 ਮਹੀਨੇ ਦਾ ਸਮਾਂ ਜਿਹੜਾ ਸੀ ਇਹਨਾਂ ਨੂੰ ਦਿੱਤਾ ਗਿਆ। ਫਿਰ ਇਹਨਾਂ ਦੀ ਮੀਟਿੰਗ ਹੋਈ ਹੈ 6ਵੀਂ ਸੰਵਿਧਾਨ ਸਭਾ ਦੀ। ਕਦੋਂ ਹੋਈ ਹੈ? 4 ਨਵੰਬਰ 1948 ਨੂੰ 7 ਨਵੰਬਰ 1948 ਤੱਕ ਇਹ ਚੱਲਦੀ ਰਹੀ, ਮਤਲਬ 3 ਦਿਨ ਇਹ ਜਿਹੜੀ ਸੀ ਮੀਟਿੰਗ ਚੱਲੀ ਹੈ। ਇਸ ਵਿੱਚੋਂ ਖਰੜਾ ਜਿਹੜਾ ਵੀ ਇਹਨਾਂ ਨੇ ਡਰਾਫਟ ਤਿਆਰ ਕੀਤਾ ਸੀ, ਦੂਜੀ ਅਤੇ ਤੀਜੀ ਪੜ੍ਹਤ ਇਹਦੀ ਹੋਈ 2-3 ਵਾਰ। 26 ਨਵੰਬਰ 1949 ਨੂੰ ਸਭਾ ਦੇ ਪ੍ਰਧਾਨ, ਤਾਂ ਸਭਾ ਦਾ ਪ੍ਰਧਾਨ ਕੌਣ ਸੀ? ਡਾਕਟਰ ਰਜਿੰਦਰ ਪ੍ਰਸਾਦ। ਇਹਨਾਂ ਨੇ ਵਿਧਾਨ ਦੇ ਉੱਤੇ ਜਿਹੜਾ ਸੀ ਇਸ ਦੇ ਉੱਤੇ ਦਸਤਖਤ ਯਾਨੀ ਕਿ ਸਾਈਨ ਕਰਤੇ। ਇਸ ਤਰ੍ਹਾਂ ਭਾਰਤ ਦਾ ਸੰਵਿਧਾਨ ਸੰਵਿਧਾਨਕ ਤੌਰ 'ਤੇ ਤਿਆਰ ਹੋ ਗਿਆ, ਠੀਕ ਹੈ। ਸੋ ਇਹਦਾ ਜਿਹੜਾ ਡਰਾਫਟ ਕਮੇਟੀ ਦਾ ਜਿਹੜਾ ਮੈਂਬਰ ਸੀ, ਚੇਅਰਮੈਨ ਸੀ, ਉਹ ਕੌਣ ਸੀਗਾ? ਡਾਕਟਰ ਰਜਿੰਦਰ ਪ੍ਰਸਾਦ। ਭਾਰਤ ਦੇ ਸੰਵਿਧਾਨ ਦਾ ਨਿਰਮਾਣ ਕਰਨ ਵਾਲੀ ਸੰਵਿਧਾਨਕ ਸਭਾ ਦੀ ਚੋਣ ਕਿਵੇਂ ਹੋਈ ਸੀ? ਜਾਂ ਫਿਰ ਸੰਵਿਧਾਨਕ ਸਭਾ ਦੇ ਉੱਤੇ ਜਿਹੜਾ ਹੈ ਨੋਟ ਲਿਖੋ। ਇੰਪੋਰਟੈਂਟ ਕੁਐਸਚਨ ਹੈ। ਸੰਵਿਧਾਨਕ ਸਭਾ ਦੀ ਰਚਨਾ ਅਤੇ ਮੈਂਬਰਾਂ ਦਾ ਚੋਣ ਦਾ ਵਰਣਨ ਜਿਹੜਾ ਹੈ 1946 ਦੇ ਕੈਬਨਿਟ ਮਿਸ਼ਨ ਨੇ ਆਪਣੀ ਯੋਜਨਾ ਦੇ ਵਿੱਚ ਕੀਤਾ। ਸੰਵਿਧਾਨਕ ਸਭਾ ਜਿਹੜੀ ਸੀ, ਇਸ 'ਚ 389 ਕੁੱਲ ਮੈਂਬਰ ਸੀ। ਜਿਹੜੇ 93 ਮੈਂਬਰ ਸੀ ਦੇਸੀ ਰਿਆਸਤਾਂ ਦੇ ਪ੍ਰਤੀਨਿਧੀ, ਰਿਪਰੈਜ਼ੈਂਟੇਟਿਵ ਸੀ, ਮਤਲਬ ਰਾਜੇ ਵਗੈਰਾ, ਹੈ ਨਾ, ਰਜਵਾੜੇ ਵਗੈਰਾ। ਅਤੇ 4 ਮੈਂਬਰ ਜਿਹੜੇ ਸੀ ਚੀਫ ਕਮਿਸ਼ਨਰ ਪ੍ਰਾਂਤਾਂ 'ਚੋਂ ਲਏ ਗਏ, ਅਤੇ 292 ਮੈਂਬਰ ਜਿਹੜੇ ਸੀ ਇਹ ਪ੍ਰਾਂਤਾਂ ਦੇ ਪ੍ਰਤੀਨਿਧੀ ਸੀ, ਠੀਕ ਹੈ। ਪ੍ਰਾਂਤਾਂ ਨੂੰ ਦਿੱਤੇ ਗਏ ਸਥਾਨ ਅਤੇ ਉਹਨਾਂ ਵਿੱਚ ਰਹਿਣ ਵਾਲੀਆਂ ਮੁੱਖ ਜਾਤੀਆਂ ਹਿੰਦੂ, ਮੁਸਲਮਾਨ, ਸਿੱਖ, ਇਹਨਾਂ ਦੀ ਸੰਖਿਆ ਦੇ ਆਧਾਰ ਦੇ ਉੱਤੇ ਵੰਡ ਕੀਤੀ ਗਈ। ਹਰੇਕ ਜਾਤੀ ਦੇ ਪ੍ਰਤੀਨਿਧੀ ਜਿਹੜੇ ਸੀਗੇ ਉਹਨਾਂ ਦੇ ਮੈਂਬਰ ਚੁਣੇ ਗਏ। 1946 ਦੇ ਵਿੱਚ ਚੋਣਾਂ ਹੋਈਆਂ ਜੁਲਾਈ 'ਚ, ਅਤੇ ਇਸ ਦੇ ਵਿੱਚੋਂ ਸਾਰੇ ਪ੍ਰਾਂਤਾਂ ਦੇ ਸਧਾਰਨ ਸਥਾਨਾਂ ਤੋਂ 210 ਮੈਂਬਰ ਚੁਣੇ ਗਏ, ਅਤੇ 199 ਜਿਹੜੇ ਸੀ ਸਥਾਨ ਕਾਂਗਰਸ ਨੇ ਜਿੱਤ ਲਏ। ਬਾਕੀ ਸਾਰੇ ਸਥਾਨ ਜਿਹੜੇ ਸੀ ਦਲਾਂ ਨੂੰ ਚਲੇ ਗਏ। ਤਾਂ ਮੁਸਲਿਮ ਲੀਗ ਨੂੰ ਮੁਸਲਮਾਨਾਂ ਲਈ ਰਾਖਵੇਂ 78 ਸਥਾਨਾਂ ਦੇ ਵਿੱਚੋਂ 73 ਸਥਾਨ ਪ੍ਰਾਪਤ ਹੋਏ। ਸੰਵਿਧਾਨ ਕਦੋਂ ਤੇ ਕਿੱਥੇ ਲਾਗੂ ਕੀਤਾ ਗਿਆ? 26 ਜਨਵਰੀ 1950 ਨੂੰ ਜਿਹੜਾ ਸੀ ਭਾਰਤ ਦੇ ਵਿੱਚ ਲਾਗੂ ਕੀਤਾ ਗਿਆ।
संविधान सभा के मैंबरां के नाम, कोई भी 5 मैंबरां के नाम जिहड़े ने पुछ सकते हैं, ये 5 तो ज़्यादा भी पुछ सकते हैं। तो डॉक्टर राजेंद्र प्रसाद, पंडित जवाहर लाल नेहरू, सरदार वल्लभ भाई पटेल, मौलाना अबुल कलाम आज़ाद, गोबिंद वल्लभ पंत, पंडित कन्हैया लाल, मानिक लाल मुंशी, हृदयनाथ कुंजरू, पुरुषोत्तम दास टंडन, टी कृष्णमचारी, आचार्य कृपलानी, डॉक्टर भीमराव अंबेडकर, डॉक्टर राधा कृष्णन, श्री कृष्ण सिंह, अलादी कृष्णा, स्वामी आयंगर, केटी शाह, मीनू मसानी, सच्चिदानंद सिन्हा, गोपाल स्वामी आयगर, अब्दुल गफ्फार खां, लियाकत अली खां, सर जफरुद्दौला खां, ख्वाजा निजामुद्दीन, फिरोज खां, नून अते सोहरावर्दी जिहड़े सी इस 'च शामिल सी। सो इन्हां दे विचों जिहड़े है 4-5 नाम तो तुहानूं याद हो गए होणगे, है ना। संविधान सभा की सुतंत्रता तो पहलां ते बाद च स्थिति की सी? तां सुतंत्रता तो पहलां बरतानवी सरकार की इच्छा के अनुसार संविधानक सभा कायम तां कर दित्ती गई सी, पर इन्हां नूं जिहड़ी सीगी बरतानवी सरकार जदों मर्जी इस संविधानक सभा नूं खत्म कर सकती थी। संविधान सभा दीयां शक्तियां ते बहुत रोकां लगाईयां गईयां सी जिहड़ी पहलां वाली सी, लेकिन जदों आज़ादी हो गई तो आज़ादी तो बाद संविधानक सभा की स्थिति महत्वपूर्ण अते जिहड़ी सी शक्ति वाली हो गई। हुण संविधानक सभा नूं संविधान बनाउण लई आज़ादी मिल गई सी ते किसी भी किस्म का जिहड़ा सी बाहरी प्रतिबंध जिहड़ा सी नहीं सी लगाया, क्योंकि भारत के अंदर इसका पूरी शक्ति हो गई सी बरतानवी शासन के जाण तो बाद। उद्देश रेजोल्यूशन तो की भाव है? 13 दसंबर 1946 ਨੂੰ पंडित जवाहर लाल नेहरू ने संविधान सभा ਵਿੱਚ अपना उद्देश संबंधी प्रस्ताव पेश किया ਅਤੇ ਉਹਨਾਂ ਨੇ ਇਹ ਕਿਹਾ ਕਿ ਵੀ ਆਹ ਚੀਜ਼ ਜਿਹੜੀ ਹੈਗੀ ਆ ਹੋਣੀ ਚਾਹੀਦੀ ਹੈ ਸੰਵਿਧਾਨ ਦੇ ਵਿੱਚ, ਠੀਕ ਹੈ। ਉਸਨੇ ਮੁੱਢਲੇ ਉਦੇਸ਼ ਜਿਹੜੇ ਸੀਗੇ ਜਵਾਹਰ ਲਾਲ ਨਹਿਰੂ ਨੇ ਉਹਨਾਂ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਆਧਾਰ ਤੇ ਸੰਵਿਧਾਨ ਜਿਹੜਾ ਹੈ ਬਣਾਇਆ ਜਾਣਾ ਚਾਹੀਦਾ ਹੈ, ਉਹਨਾਂ ਨੇ ਉਦੇਸ਼ ਜਿਹੜੇ ਸੀ ਆਪਣੇ ਸਾਹਮਣੇ ਰੱਖੇ ਤੇ ਉਹਨਾਂ ਉਦੇਸ਼ਾਂ ਦੀ ਹੀ ਜਿਹੜੀ ਸੀ ਸੰਵਿਧਾਨਕ ਸਭਾ ਨੇ ਪਾਲਣਾ ਕੀਤੀ। ਜਿਵੇਂ ਕਿ ਭਾਰਤ ਨੂੰ ਸੰਪੂਰਨ ਪ੍ਰਭੂ ਸੱਤਾ ਸੰਪੰਨ ਗਣਰਾਜ ਐਲਾਨ ਕਰਨਾ, ਜਿੱਥੇ ਸਾਰੀ ਸ਼ਕਤੀ ਜਨਤਾ ਦੇ ਹੱਥ 'ਚ ਹੋਵੇ, जनता ਨੂੰ ਸਮਾਜਿਕ ਆਰਥਿਕ ਰਾਜਨੀਤਿਕ ਨਿਆਂ ਬਰਾਬਰੀ ਅਤੇ ਕਈ ਪ੍ਰਕਾਰ ਦੀਆਂ ਸੁਤੰਤਰਤਾ ਮਿਲਣ, ਪਛੜੀਆਂ ਜਾਤੀਆਂ ਅਨੁਸੂਚਿਤ ਜਾਤੀਆਂ ਦੇ ਵਿਕਾਸ ਲਈ ਸੁਰੱਖਿਆ ਹੋਵੇ। ਤਾਂ ਇਹ ਸਾਰੀਆਂ ਚੀਜ਼ਾਂ ਪੰਡਿਤ ਨਹਿਰੂ ਨੇ ਰੈਜ਼ੋਲੂਸ਼ਨ 'ਚ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਤੇ ਉਦੇਸ਼ ਪ੍ਰਸਤਾਵ ਜਿਹੜੇ ਉਹਨਾਂ ਨੇ ਰੈਜ਼ੋਲੂਸ਼ਨ ਦਿੱਤੇ ਸੀ ਉਹ ਸੰਵਿਧਾਨ ਸਭਾ ਨੇ ਸਰਬਸੰਮਤੀ ਦੇ ਨਾਲ 22 ਜਨਵਰੀ 1947 ਨੂੰ ਪਾਸ ਕਰ ਦਿੱਤਾ। ਭਾਰਤ ਦੀ ਅੰਤਰਕਾਲੀ ਸੰਸਦ ਕਿਸ ਨੂੰ ਕਿਹਾ ਜਾਂਦਾ ਹੈ? 1946 ਦੇ ਮੰਤਰੀ ਮੰਡਲ ਮਿਸ਼ਨ योजना अधीन भारत का निर्माण करने लई एक संविधान सभा स्थापित की गई सी। भारतीय संविधान का निर्माण करने वाली संविधानक सभा नूं ही भारत की अंतरकाली संसद कहा जाता है। तो जिहड़ी संविधानक सभा है उसनूं अंतरकाली संसद कहा जाता है अते इस सभा ने मई 1952 तक अंतरकाली संसद के तौर पर काम किया अते संविधान सभा के रूप में 25 जनवरी 1950 नूं इन्हां दा काम खत्म हो गया सी। भारतीय संविधान के लागू होने बाद संविधान सभा की होंद नहीं सी, पर ठीक है जो मतलब संविधान लागू हो गया उस तो बाद इन्हां दा जिहड़ा सीगा होंद नहीं सी रह गई, पर फिर दोबारा जिहड़ा है अंतरकाली संसद के रूप में 1952 तक ये नवीं संसद का गठन होने तक ये काम करती रही। संविधान सभा तो की भाव है? संविधान का निर्माण करने वाली सभा नूं संविधान सभा कहते हैं अते 1947 दे विच भारत के संविधान का निर्माण जिहड़ी सभा ने किया सीगा, ठीक है, तो उसनूं संविधान सभा कहते हैं। भारती अधिनियम 1935 की है। हुण देखो ये वो वाला अधिनियम है जिस दे द्वारा जिहड़ा है संविधान एक इस दे विच जिहड़ा है जिहड़े भारतीय अधिनियम 1935 है ये एक तरह का संविधान ही सी जिहड़ा कि अंग्रेज़ां दे टाइम 'च लागू किया गया सी। इस तो पहला 1919 का फिर 1935 का, ठीक है, जो इहदे विच सी उही अपने हुण दे संविधान दे विच वेखण नूं मिलदा है। तो 1935 विच पास होने वाला भारतीय सरकार एक्ट थोड़ा लंबा सी, पेचीदा सी। इस एक्ट के अनुसार सर्ब भारती संघ की स्थापना का सुझाव दिता गया। 1935 के एक्ट में ब्रिटिश भारत और भारतीय रियासतों लिए संघ का सुझाव पेश किया गया। 11 प्रांत, 6 चीफ कमिश्नरी प्रांत भारतीय रियासतां शामिल सन जो संघ में शामिल सन। इस एक्ट राही प्रांतां विच दोहरा शासन खत्म करके केंद्र में दोहरा शासन कायम किया गया अते पूर्ण खुद मुख्तियारी जिहड़ी सीगी 1935 के एक्ट के दौरान अंतरगत प्रांतां नूं जिहड़ी सी दे दित्ती गई। तो ये जिहड़ा सीगा एक तरह का संविधान ही संविधान च जो चीज़ां ने अज के संविधान च वो इहदे विच भी लिखियां गईयां सी। काफ़ी सारियां चीज़ां इहदे विच्चों ही जिहड़ियां ने चुक्कियां गईयां ने बिल्कुल डायरैक्ट, ठीक है।
ਇਸ ਤੋਂ ਬਾਅਦ ਦੇ ਵਿੱਚ ਕੁਐਸਚਨ ਆਪਣੇ ਜਿਹੜੇ ਨੈਕਸਟ ਸੈਕਿੰਡ ਚੈਪਟਰ ਹੈ ਉਹ ਨੈਕਸਟ ਵੀਡੀਓ 'ਚ ਕਰਾਂਗੇ। ਸੋ ਥੈਂਕ ਯੂ ਸੋ ਮਚ।